ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰੀ ਕੀਤੇ ਗਏ ਸਨ। ਇਹਨਾਂ ਦੋਵਾਂ ਖਿਲਾਫ ਇਹ ਮਾਮਲੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਨੇ ਦਰਜ ਕੀਤੇ ਸਨ। ਅੱਜ ਪ੍ਰਾਈਮ ਡਿਬੇਟ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਖਿਲਾਫ ਅਜਿਹੇ ਮਾਮਲੇ ਅਕਸਰ ਇਸ ਤਰ੍ਹਾਂ ਕਿਉਂ ਖਤਮ ਹੋ ਜਾਂਦੇ ਨੇ। ਨਾਲ ਹੀ ਇਹ ਵੀ ਜਾਣਾਂਗੇ ਕਿ ਸਿਆਸੀ ਆਗੂ ਸਰਕਾਰੀ ਜਾਂਚ ਏਜੰਸੀਆਂ ਦਾ ਕਿਸ ਤਰ੍ਹਾਂ ਗਲਤ ਇਸਤੇਮਾਲ ਕਰਦੇ ਨੇ। ਨਿਰਮਲ ਸਿੰਘ ਕਾਹਲੋਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮਾਮਲਿਆਂ ਵਿੱਚ ਦੋ ਗੱਲਾਂ ਖਾਸ ਨੇ। ਪਹਿਲੀ ਇਹ ਕਿ ਇਹਨਾਂ ਦੋਵਾਂ ਨੂੰ ਸਬੂਤ ਦੀ ਕਮੀ ਕਾਰਨ ਬਰੀ ਕੀਤਾ ਗਿਆ ਅਤੇ ਦੂਜੀ ਇਹ ਕਿ ਦੋਵਾਂ ਮਾਮਲਿਆਂ ਦੀ ਪੜਤਾਲ ਉਸ ਜਾਂਚ ਅਧਿਕਾਰੀ ਨੇ ਕੀਤੀ ਹੈ ਜਿਸ ਉੱਤੇ ਅਦਾਲਤ ਵਿੱਚ ਝੂਠੀ ਗਵਾਹੀ ਦੇਣ ਦਾ ਇਲਜ਼ਾਮ ਚੱਲ ਰਿਹਾ ਹੈ। ਸਾਲ 2002 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਉਸ ਸਮੇਂ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਨਿਰਮਲ ਸਿੰਘ ਕਾਹਲੋਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਕਾਹਲੋਂ ਤੇ ਇਲਜ਼ਾਮ ਸੀ ਕਿ ਉਹਨਾਂ ਨੇ 909 ਪੰਚਾਇਤ ਸਕੱਤਰਾਂ, ਕਲਰਕਾਂ ਅਤੇ ਗ੍ਰਾਮ ਸੇਵਕਾਂ ਦੀ ਨਿਯੁਕਤੀ ਦੇ ਲਈ ਰਿਸ਼ਵਤ ਲਈ। ਹੁਣ 9 ਸਾਲ ਬਾਅਦ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਇਸ ਇਲਜ਼ਾਮ ਤੋਂ ਬਰੀ ਕਰ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਕਾਹਲੋਂ ਦੇ ਖਿਲਾਫ ਸਬੂਤਾਂ ਦੀ ਕਮੀ ਪਾਈ ਗਈ। 245 witnesses were examined, including investigation officer Surendrapal Singh, who was the main IO. And today was fixed for consideration whether any statement worth putting to the accused is made out or not. After going through the file with our assistance, the Honorable Court said that there is not an act of evidence to be put to the accused, hence he is acquitted of all the charges. ਦਿਲਚਸਪ ਗੱਲ ਇਹ ਹੈ ਕਿ ਸਰਕਾਰੀ ਧਿਰ ਦੇ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਬਿਆਨ ਦਰਜ ਹੀ ਨਹੀਂ ਕੀਤੇ ਸਨ। ਨਾਲ ਹੀ ਇੱਥੇ ਇਹ ਕਹਿਣਾ ਜ਼ਰੂਰੀ ਹੋਏਗਾ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਨ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਸੁਰਿੰਦਰਪਾਲ ਸਿੰਘ, ਜੋ ਮਾਮਲਾ ਦਰਜ ਹੋਣ ਦੇ ਸਮੇਂ ਐਸਪੀ ਸਨ। ਇਹ ਉਹੀ ਸੁਰਿੰਦਰਪਾਲ ਸਿੰਘ ਨੇ ਜੋ ਪਿਛਲੇ ਸਾਲ ਅਕਤੂਬਰ ਵਿੱਚ ਮੋਹਾਲੀ ਦੀ ਇੱਕ ਅਦਾਲਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੀ ਹੀ ਜਾਂਚ ਤੋਂ ਮੁੱਕਰ ਗਏ ਸਨ। ਉਹਨਾਂ ਦੇ ਇਸ ਰੁਖ ਦੇ ਚੱਲਦੇ ਪ੍ਰਕਾਸ਼ ਸਿੰਘ ਬਾਦਲ ਵੀ ਬਰੀ ਕਰ ਦਿੱਤੇ ਗਏ ਸਨ। ਅੱਜ ਸੁਰਿੰਦਰਪਾਲ ਸਿੰਘ ਦੇ ਖਿਲਾਫ ਉਸੇ ਮਾਮਲੇ ਵਿੱਚ ਝੂਠੀ ਗਵਾਹੀ ਦੇਣ ਦਾ ਇਲਜ਼ਾਮ ਹੈ। ਪਿਛਲੇ ਮਹੀਨੇ ਵੀ ਡੇ ਐਂਡ ਨਾਈਟ ਨਿਊਜ਼ ਤੇ ਇੱਕ ਖਬਰ ਦਿਖਾਈ ਗਈ ਸੀ ਜਿਸ ਵਿੱਚ ਇਸ ਗੱਲ ਦੇ ਪੁਖਤਾ ਹੋਣ ਦਾ ਅੰਦੇਸ਼ਾ ਹੋਇਆ ਕਿ ਮਾਮਲੇ ਵਿੱਚ ਸੁਰਿੰਦਰਪਾਲ ਸਿੰਘ ਅਤੇ ਬਾਦਲ ਪਰਿਵਾਰ ਦੇ ਵਿੱਚ ਕੋਈ ਸਾਂਝ-ਗਾਂਠ ਹੋਈ ਸੀ। ਸੁਰਿੰਦਰਪਾਲ ਸਿੰਘ ਦੇ ਅਦਾਲਤ ਵਿੱਚ ਆਪਣੇ ਬਿਆਨ ਤੋਂ ਮੁਕਰਨ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਹਨਾਂ ਦੇ ਬੇਟੇ ਦੇ ਲਈ ਜ਼ੀਰਕਪੁਰ ਵਿੱਚ ਇੱਕ 5 ਸਟਾਰ ਹੋਟਲ ਨੂੰ ਮਨਜ਼ੂਰੀ ਦਿੱਤੀ ਸੀ। ਉਧਰ ਜਦ ਕਾਹਲੋਂ ਦੇ ਖਿਲਾਫ ਮਾਮਲਾ ਚੱਲ ਰਿਹਾ ਸੀ ਤਾਂ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪੰਚਾਇਤ ਸਕੱਤਰਾਂ ਦੀ ਨਿਯੁਕਤੀ ਦੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਹ ਮਾਮਲਾ ਹੁਣ ਵੀ ਪਟਿਆਲਾ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਹੈ। ਖੈਰ, ਕਾਹਲੋਂ ਨੂੰ ਇੱਕ ਅਦਾਲਤ ਨੇ ਬਰੀ ਕਰ ਹੀ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਕੀ ਇਸ ਪੂਰੇ ਮਾਮਲੇ ਵਿੱਚ ਕਿਤੇ ਸਰਕਾਰੀ ਜਾਂਚ ਏਜੰਸੀ ਦਾ ਗਲਤ ਇਸਤੇਮਾਲ ਤਾਂ ਨਹੀਂ ਹੋਇਆ। ਸਿਆਸੀ ਆਗੂਆਂ ਖਿਲਾਫ ਮਾਮਲੇ ਆਖਿਰ ਸਾਬਿਤ ਕਿਉਂ ਨਹੀਂ ਹੁੰਦੇ, ਜਾਣਦੇ ਹਾਂ ਸਟੂਡੀਓ ਵਿੱਚ ਆਏ ਸਾਡੇ ਮਹਿਮਾਨਾਂ ਤੋਂ। ਸਾਡੇ ਨਾਲ ਮੌਜੂਦ ਨੇ APS ਦਿਓਲ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ, SS ਵਿਰਕ ਜੋ ਮਹਾਰਾਸ਼ਟਰ ਅਤੇ ਪੰਜਾਬ ਦੇ DGP ਰਹਿ ਚੁੱਕੇ ਨੇ, ਜਸਟਿਸ JC ਵਰਮਾ ਜੋ ਰਾਜਸਥਾਨ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਨੇ ਅਤੇ ਵਿਕਰਮ ਚੌਧਰੀ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ। ਤੁਹਾਡਾ ਇਸ ਡਿਸਕਸ਼ਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦਿਓਲ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਜਿਹੜੇ ਦੋਵੇਂ ਕੇਸ ਕੋਲੈਪਸ ਹੋਏ ਆ, ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਿਹੜਾ ਕੇਸ ਸੀ ਔਰ ਹੁਣ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਖਿਲਾਫ, ਇਹ ਦੋਵਾਂ ਦੇ ਵਿੱਚ ਬੜਾ ਕਲੀਅਰ ਇੱਕ ਪੈਟਰਨ ਨਹੀਂ ਨਜ਼ਰ ਆ ਰਿਹਾ। ਪੈਟਰਨ ਤਾਂ ਆਬਵੀਅਸ ਹੈ ਸੰਧੂ ਸਾਹਿਬ ਕਿ ਜਿਹੜੀ ਕੁਆਲਿਟੀ ਆਫ ਦਾ ਐਵੀਡੈਂਸ ਕਲੈਕਟ ਹੋਈ ਹੈ ਉਹਦੇ ਚ ਇਨਵੈਸਟੀਗੇਟਿੰਗ ਆਫੀਸਰ ਵਾਸ ਦ ਸੇਮ ਹੂ ਟਰਨ ਟਾਈਡਸ ਆਫਟਰ ਦ ਗਵਰਨਮੈਂਟ ਚੇਂਜਡ। ਐਵਰੀਬਡੀ ਨੋਜ਼ the type of evidence he created in the earlier case was the same as in the present case. So, and the witnesses have resided in the same manner. All the witnesses are saying now that no statement was recorded. Now the question arises that whether this is a fair trial, whether this is the way the prosecution should have been conducted. The prosecutors in this case are not special prosecutors, but the normal prosecutor is, which is under the control of the Director of Prosecution and the Home Secretary. So once the prosecutor is in the under the government, he runs to the dictate of the state government. So once that is so, that means the state and the prosecutor are hand in glove.
So there is no pressure on the witness. So it's very easy Mr. to Deol, resign. since you were the prosecutor in the case against the Badal family, is there nothing that the judge could have done? He could have. There is a definite provision to put notice to the witness even at the time he resigns from the statement. That used to be earlier in all the cases, serious crime cases. The judge used to put the witness, one witness you put to notice. After the deposition, no witness will dare to resign. But nothing of the sort is happening here. The witnesses are coming, official witnesses are coming, resigning in a very blatant manner. No action is being taken because prosecutor is siding. It's the prosecutor who has to initiate that. Judge initiating on its own would not, he may be given looking at the things fairly. He cannot on his own initiate proceeding. The prosecutor has to tell the judge. I think that is the reason, perhaps possibly, why you were changed as the prosecutor. Mr. Chaudhary, now you were the defense counsel in the case against the Badal family. Do you agree with whatever Mr. Deol is saying? Well, I think, Mr. Sandhu, we are reading too much of, say, whatever unfair, of bias, of under pressure or something. Ji. We have to be very objective when we deal with legal cases. The objectivity is every case is special on its own facts. We have to first read the facts of the case. We have to read the material which emanates on record and then comment. I'm not commenting on the incident case. Ji. Well, if you put me to, again, back to Badal's case, well, I have examined the facts there. There cannot be a pattern also in cases. All cases are independent individual, as I've said. But the pattern seems to be very clear here, Mr. Chaudhary. The IO is the same. Even there the witnesses had resiled. I'm glad that you are asking this. Ji. Because at the same time, if there is a pattern, then the pattern would only demonstrate that here is a confabulated story which is coming up. Maybe I'm not commenting on the IO either because I've not read this case at all. But if this is the pattern, then the pattern is that if somebody is cooking up a case, now is there a yardstick? My learned friend on the other side says that, well, there should be, action of perjury against a witness. Now, when is the witness perjuring? Either his statement was falsely recorded under 161 shown to be recorded, or he is perjuring in the court. What is the yardstick there? We have to analyze the evidence. I mean, we have to analyze the evidence. I'll just come back to Mr. Chaudhary. Yes. Mr. Virk, now Mr. Chaudhary is saying we have to analyze the evidence, and now what is your opinion? The common factor in both the cases is the IO. The common factor also is the judge, but we are not commenting on that. So the IO here very clearly, even in this case, the judge has बड़े सख्त टिप्पणी की है इस केस दे विच भी जज देखो जज ने वो करना हुंदा जो जज साहब दे सामने कोर्ट दे विच पेश कीता जांदा है इन्वेस्टिगेशन वालों ते प्रोसिक्यूटर वालों अच्छा हुण जदों प्रोसिक्यूशन एडमिनिस्ट्रेशन ऑफ जस्टिस दे विच बड़ा एक अहम रोल अदा करता है जे वो फर्ज करो प्रोसिक्यूशन ही केस नूं ढिला छड्ड दे विटनेसेस की तैयारी ना करावे उन्हां दी मार्शलिंग ना करे और उसी तरह आईओ जिहड़ा है वो पिछे होकर बैठ जावे इस केस दे विच आईओ दे रोल बारे तुसीं की कहोगे देखो आईओ दा रोल टोटली इट इज अ ड्यूबियस रोल उन्हें मतलब जो भी वर्दी दे असूल ने उन्हां दे बिल्कुल बरखलाफ काम कीता है मतलब जिस तरह एक प्रोफेशनल पुलिस अफसर दी जो ज़मीर हुंदी है ਉਹਦੇ ਖਿਲਾਫ ਚੌਧਰੀ ਕਹਿ ਰਹੇ ਕਿ ਸ਼ਾਇਦ ਉਹ ਪਹਿਲੇ 161 ਦਾ ਬਿਆਨ ਹੈ ਹੀ ਨਹੀਂ ਸੀ ਜਿਹੜਾ ਉਹਨਾਂ ਦੇ ਜ਼ਿੰਮੇ ਲਾਤਾ ਦੇਖੋ ਇਹਦੇ ਵਿੱਚ ਉਹ ਬਿਆਨ ਕਿਹੜਾ ਲੱਗਣਾ ਚਾਹੀਦਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਦੋਂ ਕੋਈ ਇਨਵੈਸਟੀਗੇਟਿੰਗ ਆਫੀਸਰ ਤਫਤੀਸ਼ ਕਰਦਾ ਹੈ ਉਹਨੂੰ ਉਹਦੇ 'ਚ ਪਤਾ ਲੱਗ ਜਾਂਦਾ ਵੀ ਇਹਦੇ 'ਚ ਮੇਰੇ ਕੋਲ ਸਬੂਤ ਹੈ ਜਾਂ ਨਹੀਂ ਮੇਰੇ ਕੋਲ ਇਨਫ ਵੈਦਰ ਆਈ ਹੈਵ ਇਨਫ ਐਵੀਡੈਂਸ ਔਰ ਨਾਟ ਜੇ ਤੁਹਾਡੇ ਕੋਲ ਸਬੂਤ ਪੂਰੇ ਹੈ ਨਹੀਂ ਤੁਹਾਡਾ ਕੇਸ ਉਹਨਾਂ ਸਟਰੋਂਗ ਹੈ ਨਹੀਂ ਤੁਹਾਡੇ 'ਚ ਉਹਨਾਂ ਮੋਰਲ ਕਰੇਜ ਹੋਣਾ ਚਾਹੀਦਾ ਵੀ ਇਹ ਕੇਸ ਦੇ ਵਿੱਚ ਉਹਨਾਂ ਮਟੀਰੀਅਲ ਹੈ ਨਹੀਂ ਕਿ ਇਹਨੂੰ ਚਲਾਨ ਕੀਤਾ ਜਾ ਸਕੇ ਤੁਸੀਂ ਪੋਲੀਟੀਕਲ ਕਾਰਨਾਂ ਕਰਕੇ ਇੱਕ ਸਰਕਾਰ ਨੂੰ ਖੁਸ਼ ਕਰਨ ਦੇ ਲਈ ਉਹਦੇ ਟਾਈਮ ਦੇ ਅੰਦਰ ਕੇਸ ਕੋਟੂ ਕੋਰਟ ਕਰ ਦਿੰਦੇ ਹੋ ਜਦੋਂ ਦੂਜੀ ਸਰਕਾਰ ਆ ਜਾਂਦੀ ਉਹਨਾਂ ਦੇ ਵੇਲੇ ਪਿੱਛੇ ਹਟ ਜਾਂਦੇ ਹੋ ਤੁਸੀਂ ਵੀ ਡੀਜੀਪੀ ਰਹਿ ਜੇ ਤੁਸੀਂ ਵੀ ਇਹੋ ਕੁਝ ਕਰਦੇ ਹੋਗੇ ਨਾ ਮੈਨੂੰ ਇੱਕ ਕੇਸ ਦੱਸ ਦਿਓ ਮੇਰੇ ਬਾਅਦ ਦੇ ਵੀ ਜਿਹੜੇ ਕੇਸ ਨੇ ਤੁਸੀਂ ਉਹਨਾਂ ਦੇਖੋਗੇ ਜੇ ਮੇਰੀ ਕੋਈ ਸੁਪਰਵੀਜ਼ਨ ਹੋਈ ਹੋਵੇਗੀ ਤੁਸੀਂ ਬੇਸ਼ੱਕ ਉਹ ਅੰਮ੍ਰਿਤਸਰ ਦੀ ਕਿਡਨੈਪਿੰਗ ਦਾ ਦੇਖ ਲਓ ਕੇਸ ਹੁਸ਼ਿਆਰਪੁਰ ਦਾ ਦੇਖ ਲਓ ਉਹਨਾਂ ਜੋ ਮੈਕਸਿਮਮ ਪਨਿਸ਼ਮੈਂਟ ਹੈ ਫਾਂਸੀ ਜਾਂ ਉਮਰ ਕੈਦ ਉਹ ਹੋਈ ਹੈ ਦੇਖੋ ਤੁਸੀਂ ਆਪਣੇ ਵਰਦੀ ਦੇ ਅਸੂਲਾਂ ਨਾਲ ਤੁਹਾਨੂੰ ਸੱਚੇ ਰਹਿਣਾ ਪਏਗਾ ਵਰਦੀ ਦੇ ਅਸੂਲਾਂ ਨਾਲ ਸੱਚੇ ਰਹਿਣਾ ਪਊ ਲੈਟ ਮੀ ਗੈਟ ਦੀ ਜੱਜ ਇਨਟੂ ਡਿਸਕਸ਼ਨ ਜਸਟਿਸ ਵਰਮਾ ਇਹ ਜੋ ਕੁਝ ਵੀ ਹੋ ਰਿਹਾ ਵਾ ਇਹ ਤੁਹਾਨੂੰ ਲੱਗ ਰਿਹਾ ਕਿ ਕਾਨੂੰਨ ਦੀ ਕਮਜ਼ੋਰੀ ਕਰਕੇ ਹੋ ਰਿਹਾ ਦੇਖੋ ਕਾਨੂੰਨ ਕਦੇ ਕਮਜ਼ੋਰ ਨਹੀਂ ਹੁੰਦਾ ਕਾਨੂੰਨ ਨੂੰ ਕਮਜ਼ੋਰ ਕਰਨ ਲਈ ਸਟੈਪਸ ਲਏ ਜਾਂਦੇ ਨੇ
ਮੈਨੂਵਰਿੰਗ ਕੀਤੀ ਜਾਂਦੀ ਹੈ ਜੀ। ਜਿਸ ਤਰ੍ਹਾਂ ਇਹਨਾਂ ਕੇਸਾਂ ਤੁਸੀਂ ਕਰ ਲਓ, ਕੇਸ ਚਲੇ ਚਾਹੇ ਕਰਪਸ਼ਨ ਦੇ ਚਲੇ ਚਾਹੇ ਅਪਾਇੰਟਮੈਂਟਸ ਦੇ ਚਲੇ, ਜਿਹਦੇ ਵੀ ਚਲੇ ਹੈਗੇ, ਬਿਨਾ एविडेंस ਤੇ मेरा ख्याल नहीं कि कोई भी आईओ इतनी जरूरत करेगा कि वो केस पुटअप भी करेगा। वो लिख सकता है कि कोई एविडेंस नहीं बननी हैगी। तो असं हूँ जिस तरह पढ़ रहे अखबार कि विटनेस रिजाइल कर गए, रिजाइल का की मतलब हैगा, रिजाइल दे कि जो कुछ उन्होंने पैदा किया सी वो तो मुकर जो स्टेटमेंट उस तक मुकर गए। मुकरना जो है कानून सिर्फ इतना ही कर सकता है कि उन्होंने विटनेस डेफिनेटली और नोटिस दे सकता है। सानू असी दूर क्यों जाइए, आप पीछे ही एक मनु शर्मा वाला केस सी जी, तकरीबन वो एक्विटी हो गया सी, वो जी सुप्रीम कोर्ट ने दोबारा उन्होंने भेजा है, कोर्ट ने हायर कोर्ट ने दोबारा भेजा है। High Court set aside the acquittal and then Supreme Court maintained it. और क्यों कि ਜਿਹੜੇ ਬੰਦੇ ਮੁੱਕਰ ਗਏ ਸੀ ਉਹਨਾਂ ਦੀ ਹੀ ਟਾਕਸ ਉਹਨਾਂ ਨੇ ਪੇਸ਼ ਕਰਤੀਆਂ ਕਿ ਇਹ ਝੂਠੇ ਜਸਟਿਸ ਮੁੱਕਰੇ ਵਰਮਾ, ਇਸ ਪਾਰਟਿਕੂਲਰ ਕੇਸ ਦੇ ਵਿੱਚ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਹੈ ਸੁਰਿੰਦਰਪਾਲ ਸਿੰਘ, ਉਹ ਇੱਕ ਰੀਇੰਪਲੋਇਡ ਆਈਪੀਐਸ ਆਫੀਸਰ ਆ। ਪਹਿਲੇ ਕੇਸ ਦੇ ਵਿੱਚ ਬਾਦਲ ਸਾਹਿਬ ਵਾਲੇ ਕੇਸ ਦੇ ਵਿੱਚ ਉਹਨੂੰ ਪਰਜਰੀ ਦਾ ਉਹਦੇ ਤੇ ਚਾਰਜ ਲੱਗਾ ਵਾ। ਇਸ ਕੇਸ ਦੇ ਵਿੱਚ ਉਹਨੂੰ ਫਿਰ ਵੀ ਆਈਓ ਰਹਿਣ ਦੇਣਾ ਚਾਹੀਦਾ ਸੀਗਾ। ਮੇਰਾ ਖਿਆਲ ਹੈ ਕਿ ਨਹੀਂ, ਜਿਹਦੇ ਉੱਤੇ ਥੋੜਾ ਜਿੰਨਾ ਵੀ ਕੋਈ ਡਾਊਟ ਹੈਗਾ ਸੀ, ਜੇ ਉਹਨੇ ਇੱਕ ਕੇਸ ਦੀ ਬੰਗਲਿੰਗ ਕੀਤੀ ਹੈਗੀ ਹੈ दूसरे ਦੀ ਵੀ ਕਰ ਸਕਦਾ ਹੈ, ਉਹਨੂੰ ਨਹੀਂ ਸੀ, ਉਹਨੂੰ ਆਈਓ ਇਸ ਪੁਆਇੰਟ 'ਚ ਆਈਓ ਨਹੀਂ ਸੀ ਰਹਿਣਾ ਚਾਹੀਦਾ। ਚੌਧਰੀ, would you like to react to what Justice Verma? Government should have been cautious about this. I think or exact the same thing has happened. ਉੱਥੇ ਵੀ ਰਿਜ਼ਾਈਲ ਹੋਏ, ਇੱਥੇ ਵੀ ਰਿਜ਼ਾਈਲ ਹੋਏ। ਪਰ ਜਸਟਿਸ ਵਰਮਾ ਇੱਥੇ ਸਰਕਾਰ ਨੂੰ ਸੂਟ ਕਰਦਾ ਸੀ ਨਾ ਦੋਵੇਂ ਕੇਸਿਸ ਦੇ ਵਿੱਚ ਵਿਟਨੈਸਸ ਦਾ No, I ਰਿਜ਼ਾਈਲ think when we talk of an investigating officer, ਜੀ ਤਾਂ investigating officer ਉਹ ਹੁੰਦਾ ਜਿਹਨੇ ਇਨਵੈਸਟੀਗੇਸ਼ਨ ਕਰਕੇ ਚਲਾਨ ਪੇਸ਼ ਕੀਤਾ। ਜੀ Since in these cases probably the challan was presented much earlier and he was the investigating officer, therefore he steps into the shoes of an investigating officer. Even if he had retired, he would have continued to be the investigating officer so far as the case is concerned, so far as the presentation of challan is concerned. But yes, like Mr. Vick said, the follow-up of the case, the further actions to be taken, yes, those are different issues altogether. That is called pairwise officer, which is different than an investigating officer. ਮਿਸਟਰ ਵਿਰਕ, ਹਾਊ ਕਮ ਦੀ ਆਈਓ ਪਿਛਲੀ ਪਰਜਰੀ ਚਾਰਜ ਤੋਂ ਬਾਅਦ ਵੀ ਆਈਓ ਨੂੰ ਹਟਾਇਆ ਨਹੀਂ ਗਿਆ? ਦੇਖੋ, ਇਹਦੇ ਵਿੱਚ ਤੁਸੀਂ ਇੱਕ ਪੁੱਛਿਆ ਸੀ ਸਵਾਲ ਕਿ ਕੀ ਇਹ ਕਾਨੂੰਨ ਦੀ ਕਮਜ਼ੋਰੀ ਹੈ। ਇਹ ਕਾਨੂੰਨ ਦੀ ਕਮਜ਼ੋਰੀ ਨਹੀਂ ਹੈ, ਇਹ ਇਨਸਾਨ ਦੀ ਕਮਜ਼ੋਰੀ ਹੈ। ਤੁਸੀਂ ਕੋਈ ਇੱਕ ਇਹੋ ਜਿਹੇ ਬੰਦੇ ਨੂੰ ਜਿਹੜਾ ਇਨਫਲੂਐਂਸ ਹੋ ਜਾਂਦਾ ਹੈ ਜਾਂ ਜਿਹੜਾ ਆਪਣੀ ਜ਼ਮੀਰ ਵੇਚ ਦਿੰਦਾ ਹੈ, ਉਹਨੂੰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਰੀਇੰਪਲੋਏ ਕਰਦੇ ਹੋ, ਤੁਸੀਂ ਉਹਨੂੰ ਉਹੀ ਪਰਕਸ ਤੇ ਰੈਂਕ ਦਿੰਦੇ ਹੋ ਇਨ ਵਾਇਓਲੇਸ਼ਨ ਆਫ ਆਲ ਇੰਡੀਆ ਸਰਵਿਸ ਰੂਲਸ। ਪਰ ਮਿਸਟਰ ਵਿਰਕ, ਸਿਸਟਮ ਦੀ ਕਮਜ਼ੋਰੀ ਨਹੀਂ ਲੱਗਦੀ ਕਿ ਇੱਕ ਸਰਕਾਰ ਆ ਜਾਂਦੀ ਆ, ਉਹ ਸਰਕਾਰ ਦੇ ਉੱਤੇ ਐਲੀਗੇਸ਼ਨਸ ਲੱਗੀਆਂ ਵਾ, ਸੋ ਆਬਵੀਅਸਲੀ ਜਿਹੜੇ ਉਹ ਸਰਕਾਰ ਦੇ ਅਫਸਰਾਂ ਨੇ